ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕੱਲ੍ਹ ਹਿੰਦੁਸਤਾਨ ਦੇ ਅੰਦਰ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਦੇ ਨਾਲ ਲੋਕਾਂ ਵੱਲੋਂ ਮਨਾਇਆ ਜਾਂਦਾ ਹੈ ਅਤੇ ਇਸ ਸਬੰਧ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਸਵਾਲ ਹੋਇਆ ਕਰਦੇ ਨੇ, ਖਾਸ ਤੌਰ 'ਤੇ ਸਿੱਖਾਂ ਦੇ, ਕਿ ਸਿੱਖਾਂ ਨੂੰ ਦੀਵਾਲੀ ਮਨਾਉਣੀ ਚਾਹੀਦੀ ਹੈ, ਕਿ ਸਿੱਖਾਂ ਦਾ ਦੀਵਾਲੀ ਦੇ ਨਾਲ ਸੰਬੰਧ ਕੀ ਹੈ। ਅਤੇ ਫਿਰ ਨਾਲ ਇਹ ਵੀ ਕਿਹਾ ਜਾਂਦਾ ਵੀ ਜੇ ਦੀਵਾਲੀ ਮਨਾਉਣੀ ਚਾਹੀਦੀ ਹੈ ਅਤੇ ਦੀਵਾਲੀ ਦੇ ਵਿੱਚ ਜਿਹੜੇ ਦੀਵੇ ਜਗਾਏ ਜਾਂਦੇ ਨੇ ਉਹ ਕਿਹੜੇ ਦੀਵੇ ਜਗਾਉਣੇ ਚਾਹੀਦੇ ਹਨ। ਦੀਵਾਲੀ ਅਸਲ ਦੇ ਵਿੱਚ ਅਨਮਤੀ ਧਰਮਾਂ ਵੱਲੋਂ ਸ਼ੁਰੂ ਕੀਤਾ ਹੋਇਆ ਤਿਉਹਾਰ ਹੈ। ਸ਼ੁਰੂ ਦੇ ਵਿੱਚ ਜਿਹੜੇ ਵਪਾਰੀ ਲੋਕ ਹੁੰਦੇ ਸਨ, ਉਹਨਾਂ ਵਪਾਰੀ ਲੋਕਾਂ ਨੇ ਵਹੀ ਖਾਤੇ ਸ਼ੁਰੂ ਕਰਨੇ ਹੁੰਦੇ ਸਨ ਅਤੇ ਉਹ ਵਹੀ ਖਾਤੇ ਸ਼ੁਰੂ ਕਰਨ ਤੋਂ ਪਹਿਲਾਂ ਰੱਬ ਦੀ ਇਬਾਦਤ ਕਰਦੇ ਸਨ ਕਿ ਸਾਡੇ ਘਰ ਦੇ ਵਿੱਚ ਮਾਇਆ ਆਵੇ, ਲక్ష్ਮੀ ਆਵੇ। ਹੌਲੀ ਹੌਲੀ ਉਹ ਰੱਬ ਦੀ ਇਬਾਦਤ ਭੁੱਲ ਗਏ ਅਤੇ ਲక్ష్ਮੀ ਦੀ ਪੂਜਾ ਉਹਨਾਂ ਨੇ ਆਰੰਭ ਕਰ ਦਿੱਤੀ। ਦੂਜੀ ਗੱਲ ਜਿਹੜੀ ਹੈ, ਉਹ ਅਯੁੱਧਿਆ ਦੇ ਵਿੱਚ ਸ਼੍ਰੀ ਰਾਮ ਚੰਦਰ ਜੀ ਵਾਪਸ ਆਏ ਸਨ। 14 ਸਾਲ ਦਾ ਬਨਵਾਸ ਕੱਟ ਕੇ, ਰਾਵਣ ਨੂੰ ਮਾਰ ਕਰਕੇ ਅਤੇ ਸੀਤਾ ਜੀ ਨੂੰ ਨਾਲ ਵਾਪਸ ਲੈ ਕੇ ਆ ਕੇ, ਅਤੇ ਅਯੁੱਧਿਆ ਦੇ ਲੋਕਾਂ ਨੇ ਜਿਹੜਾ ਸੀ ਉਸ ਵਕਤ ਦੀਪਮਾਲਾ ਕੀਤੀ। ਪਰ ਇੱਕ ਗੱਲ ਯਾਦ ਰੱਖਣੀ ਵੀ ਉਸ ਵਕਤ ਹਿੰਦੁਸਤਾਨ ਦੇ ਅੰਦਰ ਬਹੁਤ ਸਾਰੀਆਂ ਰਿਆਸਤਾਂ ਸਨ। ਉਹਨਾਂ ਦੇ ਵਿੱਚੋਂ ਇੱਕ ਅਯੁੱਧਿਆ ਦੀ ਰਿਆਸਤ ਸੀ। ਉਸ ਵਕਤ ਕੇਵਲ ਅਯੁੱਧਿਆ ਦੇ ਲੋਕਾਂ ਨੇ ਹੀ ਦੀਪਮਾਲਾ ਕੀਤੀ ਸੀ, ਬਾਕੀ ਰਿਆਸਤਾਂ ਦੇ ਲੋਕਾਂ ਨੇ ਜਾਂ ਉੱਥੋਂ ਦੇ ਰਾਜਿਆਂ ਨੇ ਕੋਈ ਖੁਸ਼ੀ ਨਹੀਂ ਸੀ ਮਨਾਈ। ਇਹ ਉਹਨਾਂ ਦੀ ਗੱਲ ਹੈ ਅਤੇ ਅੱਜ ਤੱਕ ਵੀ ਉਹ ਲੋਕ ਜਿਹੜੇ ਨੇ ਉਸ ਆਉਣ ਦੀ ਖੁਸ਼ੀ ਦੇ ਅੰਦਰ ਇਹ ਦੀਪਮਾਲਾ ਅਤੇ ਪਟਾਕੇ ਅਤੇ ਹੋਰ ਕਰਮ ਕਰਦੇ ਨੇ, ਲక్ష్ਮੀ ਦੀ ਪੂਜਾ ਕਰਦੇ ਨੇ। ਫਿਰ ਤੀਸਰੀ ਗੱਲ ਵੀ ਪੁਰਾਣੇ ਸਮੇਂ ਦੇ ਵਿੱਚ ਲੋਕ ਕੱਚੇ ਘਰਾਂ ਦੇ ਵਿੱਚ ਰਹਿੰਦੇ ਸਨ। ਅੱਜ ਦੀ ਤਰ੍ਹਾਂ ਪੱਕੇ ਘਰ ਨਹੀਂ ਸੀ ਹੁੰਦੇ ਅਤੇ ਉਹਨਾਂ ਕੱਚੇ ਘਰਾਂ ਦੇ ਵਿੱਚ ਅੱਜ ਦੀ ਤਰ੍ਹਾਂ ਗਰਮੀਆਂ ਦੇ ਅੰਦਰ ਨਾ ਤਾਂ ਪੱਖੇ ਹੁੰਦੇ ਸਨ, ਨਾ ਉਸ ਵਕਤ ਕੂਲਰ ਹੁੰਦੇ ਸਨ, ਨਾ ਏਸੀ ਹੁੰਦੇ ਸਨ। ਲੋਕ ਘਰਾਂ ਤੋਂ ਬਾਹਰ ਰਾਤ ਗੁਜ਼ਾਰਦੇ ਸਨ, ਰਹਿੰਦੇ ਸਨ, ਕਿਉਂਕਿ ਬਾਹਰਲੇ ਮੌਸਮ ਦੇ ਵਿੱਚ ਠੰਡ ਹੁੰਦੀ ਸੀ, ਅੰਦਰ ਘੱਟ ਰਹਿੰਦੇ ਸਨ। ਅਤੇ ਜਿਵੇਂ ਹੀ ਇਹ ਅਕਤੂਬਰ ਅਤੇ ਨਵੰਬਰ ਦਾ ਮਹੀਨਾ ਆਰੰਭ ਹੁੰਦਾ ਸੀ, ਲੋਕ ਅੰਦਰਾਂ ਦੇ ਵਿੱਚ ਰਾਤ ਗੁਜ਼ਾਰਨ ਵਾਸਤੇ, ਕੱਟਣ ਵਾਸਤੇ ਫਿਰ ਸ਼ੁਰੂ ਕਰਦੇ ਸਨ ਅਤੇ ਅੰਦਰ ਦੀ ਵਾਤਾਵਰਨ ਨੂੰ ਵਧੀਆ ਬਣਾਉਣ ਵਾਸਤੇ, ਅੰਦਰ ਕੱਚੇ ਘਰਾਂ ਦੇ ਵਿੱਚੋਂ ਕੀੜੇ ਆਦਿਕ ਹੋਰ ਖਤਮ ਕਰਨ ਵਾਸਤੇ, ਦੂਰ ਭਜਾਉਣ ਵਾਸਤੇ ਉਸ ਵਕਤ ਸੁਗੰਧੀ ਵਾਸਤੇ ਦੀਵੇ ਜਗਾਉਂਦੇ ਸਨ ਅਤੇ ਉਹਨਾਂ ਦੀਵਿਆਂ ਦੇ ਨਾਲ ਸੁਗੰਧਿਤ ਵਾਤਾਵਰਨ ਹੋ ਜਾਂਦਾ ਸੀ। ਸਾਡੇ ਪੁਜਾਰੀ ਵਰਗ ਨੇ ਕੀ ਕੀਤਾ ਕਿ ਉਸ ਵਕਤ ਉਸ ਗੱਲ ਨੂੰ ਕੈਚ ਕੀਤਾ ਅਤੇ ਉਹਨੂੰ ਧਰਮ ਦੇ ਨਾਲ ਜੋੜ ਕੇ ਅਤੇ ਇਹ ਦੀਵਾਲੀ ਜਿਹੜੀ ਸੀ ਉਹ ਮਨਾਉਣੀ ਸ਼ੁਰੂ ਕਰ ਦਿੱਤੀ। ਹੁਣ ਚੌਥੀ ਗੱਲ ਵੀ ਜਿਹੜੀ ਇਹ ਉਹਨਾਂ ਦਾ ਤਿਉਹਾਰ ਹੌਲੀ ਹੌਲੀ ਸਿੱਖਾਂ ਦੇ ਵਿੱਚ ਵੀ ਆ ਗਿਆ, ਉਹਦਾ ਕਾਰਨ ਇਹ ਸੀ ਵੀ ਸਾਡੇ ਪੁਜਾਰੀ ਵਰਗ ਨੇ ਵੀ ਇਸ ਦਿਨ ਦੇ ਨਾਲ ਬੰਦੀ ਛੋੜ ਦਿਵਸ ਜੋੜ ਕਰਕੇ ਅਤੇ ਇਸ ਦਿਨ ਨੂੰ ਬੰਦੀ ਛੋੜ ਦੇ ਰੂਪ ਦੇ ਵਿੱਚ ਮਨਾਉਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਹ ਤਰੀਖਾਂ ਜਿਸ ਇਤਿਹਾਸ ਦੇ ਨਾਲ ਸੰਬੰਧ ਬਣਾਉਂਦੀਆਂ ਨੇ, ਉਹ ਇਤਿਹਾਸਕ ਤਰੀਖਾਂ ਜਿਹੜੀਆਂ ਨੇ ਉਹ ਬੜੇ ਦੂਰ ਦੀਆਂ ਨੇ। ਜੇ ਆਪਾਂ ਬੰਦੀ ਛੋੜ ਦੀ ਗੱਲ ਕਰੀਏ, ਇਤਿਹਾਸ ਦੇ ਵਿੱਚ ਆਪਾਂ ਘਟਨਾ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਨਾਲ ਹੀ ਜੋੜਦੇ ਹਾਂ ਵੀ ਉਹਨਾਂ ਨੇ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ 52 ਰਾਜਿਆਂ ਨੂੰ ਕੈਦ ਵਿੱਚੋਂ ਛੁਡਾਇਆ ਸੀ। ਪਰ ਖਿਆਲ ਕਰਨਾ, ਜਦੋਂ ਅਸੀਂ ਇਤਿਹਾਸ ਨੂੰ ਵੇਖਦੇ ਹਾਂ ਅਤੇ ਇਤਿਹਾਸ ਦੇ ਵਿੱਚ ਇਹ ਜ਼ਿਕਰ ਆਉਂਦਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਨੇਕਾਂ ਲੋਕਾਂ ਨੂੰ ਬੰਧਨਾਂ ਤੋਂ ਵਿੱਚੋਂ ਛੁਟਕਾਰਾ ਦਿਵਾਇਆ। ਬੰਦੀ ਛੋੜ ਦਾ ਅਰਥ ਹੁੰਦਾ ਹੈ ਬੰਧਨਾਂ ਤੋਂ ਮੁਕਤ ਕਰਨਾ, ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤੇ ਮਨੁੱਖਤਾ ਨੂੰ ਬੰਧਨਾਂ ਤੋਂ ਛੁਟਕਾਰਾ ਦਿਵਾਉਣ ਵਾਸਤੇ ਅਤੇ ਅਨੇਕਾਂ ਸਮਾਂ ਜਿਹੜਾ ਸੀ ਆਪਣੇ ਜੀਵਨ ਦਾ ਲਗਾਇਆ। 14 ਸਾਲ ਅਤੇ ਉਹਨਾਂ ਨੇ ਘਰ ਤੋਂ ਬਾਹਰ ਰਹਿ ਕੇ ਦੁਨੀਆ ਦਾ ਭਰਮਣ ਕਰਕੇ, ਜਿਨ੍ਹਾਂ ਨੂੰ ਉਦਾਸੀਆਂ ਕਹਿੰਦੇ ਨੇ, ਉਹਨਾਂ ਉਦਾਸੀਆਂ ਦੇ ਰੂਪ ਦੇ ਵਿੱਚ ਉਹਨਾਂ ਲੋਕਾਂ ਨੂੰ ਸੱਚ ਦਾ ਰਸਤਾ ਦਿਖਾਇਆ, ਉਹਨਾਂ ਲੋਕਾਂ ਨੂੰ ਕਰਮ ਕਾਂਡਾਂ ਦੇ ਵਿੱਚੋਂ ਆਜ਼ਾਦ ਕਰਵਾਇਆ, ਮੁਕਤ ਕਰਾਇਆ। ਅਤੇ ਇਤਿਹਾਸ ਦੇ ਅੰਦਰ ਸਰੀਰਕ ਤੌਰ 'ਤੇ ਮਨੁੱਖਤਾ ਨੂੰ ਬੰਦੀ ਖਾਨੇ ਵਿੱਚੋਂ ਛੁਡਾਉਣ ਦੀਆਂ ਅਨੇਕਾਂ ਘਟਨਾ ਨੇ। ਮੈਂ ਇੱਕ ਦੋ ਆਪ ਜੀ ਦੇ ਨਾਲ ਜ਼ਰੂਰ ਸਾਂਝੀਆਂ ਕਰਾਂ। ਗੁਰੂ ਨਾਨਕ ਸਾਹਿਬ ਮਹਾਰਾਜ
ਜਦੋਂ ਪਹਿਲੀ ਉਦਾਸੀ ਦੇ ਰੂਪ ਦੇ ਵਿੱਚ ਜਾਂਦੇ ਨੇ। ਯੂਪੀ ਦਾ ਇੱਕ ਸ਼ਹਿਰ ਹੈ ਮੁਰਾਦਾਬਾਦ, ਉਸ ਤੋਂ ਅੱਗੇ ਹੈ ਇੱਕ ਇਲਾਕਾ ਰਾਮਪੁਰ। ਇੱਥੇ ਰੋਹੇਲਿਆਂ ਦਾ ਜਿਹੜਾ ਹੈ ਉਹ ਕੇਂਦਰ ਸਥਾਨ ਰੋਹੇਲਖੰਡ ਹੈ। ਇੱਥੇ ਲੋਕਾਂ ਦੀ ਜਿਵੇਂ ਜਾਨਵਰਾਂ ਦੀ ਖਰੀਦੋ ਫਰੋਸ਼ਤ ਹੁੰਦੀ ਸੀ, ਵੇਚਿਆ ਜਾਂਦਾ ਸੀ, ਖਰੀਦਿਆ ਜਾਂਦਾ ਸੀ, ਇਵੇਂ ਮਨੁੱਖਾਂ ਨੂੰ ਵੀ ਖਰੀਦਿਆ ਤੇ ਵੇਚਿਆ ਜਾਂਦਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਗਏ ਤੇ ਉੱਥੇ ਜਾਣ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਨੇ ਭਾਈ ਮਰਦਾਨੇ ਨੂੰ ਆਪਣੇ ਨਾਲੋਂ ਵਿਛੋੜਾ ਪਾ ਲਿਆ, ਤਾਂ ਜੋ ਭਾਈ ਮਰਦਾਨਾ ਦੁੱਖ ਦੇ ਵਿੱਚ ਨਾ ਆਵੇ। ਭਾਈ ਮਰਦਾਨਾ ਨਾ ਚਾਹੁੰਦਿਆਂ ਹੋਇਆਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲਾਂਭੇ ਹੋ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਦੇਸ਼ ਗਏ, ਇਲਾਕੇ ਦੇ ਵਿੱਚ ਗਏ, ਤੇ ਕੀ ਹੋਇਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਸ਼ਾਂਤ ਚਿੱਤ ਬੈਠੇ ਹੋਏ ਨੇ। ਇੱਕ ਪਠਾਨ ਆਇਆ ਘੋੜੇ ਦੇ ਉੱਤੇ ਸਵਾਰ ਹੋ ਕੇ ਤੇ ਉਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੰਦੀ ਬਣਾ ਲਿਆ। ਬੰਦੀ ਬਣਾ ਕੇ ਆਪਣੇ ਘਰ ਲੈ ਗਿਆ। ਅਗਲੇ ਦਿਨ ਉਹ ਮੰਡੀ ਲੱਗੀ, ਜਿਵੇਂ ਪਸ਼ੂਆਂ ਦੀ ਮੰਡੀ ਖਰੀਦਣ ਤੇ ਵੇਚਣ ਤੇ ਲੱਗਦੀ ਸੀ, ਉੱਥੇ ਮਨੁੱਖਾਂ ਦੀ ਮੰਡੀ ਲੱਗਦੀ ਸਨ। ਇੱਕ ਚਬੂਤਰੇ ਦੇ ਉੱਤੇ ਮਨੁੱਖ ਨੂੰ ਖੜਾ ਕਰਕੇ ਤੇ ਬੋਲੀ ਦਿੱਤੀ ਜਾਂਦੀ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੀ ਇੱਕ ਚਬੂਤਰੇ ਦੇ ਉੱਤੇ ਖਿਲਾਰ ਕੇ ਉਹਨਾਂ ਦੀ ਬੋਲੀ ਲਗਾਈ ਗਈ ਤੇ ਬੋਲੀ ਅਖੀਰ ਜਿਹੜੀ ਗਈ ਉਹ 2 ਅਰਬੀ ਘੋੜਿਆਂ ਤੱਕ ਗਈ। ਤੇ ਇੱਕ ਅਮੀਰ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਖਰੀਦ ਕੇ ਲੈ ਗਿਆ ਆਪਣੇ ਘਰ। ਹੁਣ ਦੂਸਰੇ ਦਿਨ ਕੀ ਹੋਇਆ, ਸਵੇਰ ਦੇ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਾਣੀ ਲਿਆਉਣ ਵਾਸਤੇ ਉਸ ਅਮੀਰ ਨੇ ਆਖਿਆ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਘੜਾ ਲੈ ਕੇ ਖੂਹ ਤੇ ਗਏ ਤੇ ਖੂਹ ਦੇ ਵਿੱਚ ਪਾਣੀ ਨਹੀਂ ਸੀ, ਖਾਲੀ ਵਾਪਸ ਆ ਗਏ। ਉਸ ਅਮੀਰ ਨੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਤਲਾਬ ਤੇ ਉੱਤੋਂ ਪਾਣੀ ਲੈਣ ਵਾਸਤੇ ਕਿਹਾ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਤਲਾਬ ਤੇ ਗਏ ਤੇ ਤਲਾਬ ਦਾ ਪਾਣੀ ਵੀ ਸੁੱਕਾ ਹੋਇਆ ਸੀ, ਵਾਪਸ ਆ ਗਏ। ਉਸੇ ਵਕਤ ਇਲਾਕੇ ਦੇ ਵਿੱਚ ਹਾਹਾਕਾਰ ਮਚ ਗਏ ਵੀ ਪਾਣੀ ਖਤਮ ਹੋ ਗਿਆ, ਖੂਹ ਆਦਿਕ ਸੁੱਕ ਗਏ ਨੇ। ਉਹਨਾਂ ਲੋਕਾਂ ਨੇ ਵਿਚਾਰ ਕੀਤੀ, ਘੋਖ ਕੀਤੀ, ਪੜਤਾਲ ਕੀਤੀ ਵੀ ਇਹ ਕਿਵੇਂ ਹੋ ਗਿਆ। ਤੇ ਉਹਨਾਂ ਨੇ ਵਿਚਾਰ ਕੀਤੀ ਵੀ ਇਹੋ ਜਿਹੇ ਸਮੇਂ ਦੇ ਵਿੱਚ ਕਿਹੜਾ ਆਪਾਂ ਗੁਲਾਮ ਖਰੀਦਿਆ ਹੈ। ਤੇ ਉਸ ਅਮੀਰ ਨੇ ਕਿਹਾ ਵੀ ਮੇਰੇ ਘਰ ਦੇ ਵਿੱਚ ਇੱਕ ਫਕੀਰ ਰੂਪੀ ਗੁਲਾਮ ਮੈਂ ਖਰੀਦ ਕੇ ਲਿਆਂਦਾ, ਉਹਦਾ ਚਿਹਰਾ ਬੜਾ ਨੂਰਾਨੀ ਹੈ। ਤੇ ਜਦੋਂ ਉਹਨਾਂ ਲੋਕਾਂ ਨੇ ਆ ਕੇ ਸਤਿਗੁਰੂ ਦੇ ਕੋਲੋਂ ਉਹਦਾ ਨਾਮ ਪੁੱਛਿਆ ਤੇ ਸਤਿਗੁਰੂ ਮਹਾਰਾਜ ਨੇ ਆਪਣਾ ਨਾਮ ਜਦੋਂ ਦੱਸਿਆ ਤੇ ਉਸ ਵਕਤ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ੋਭਾ ਦੁਨੀਆ ਤੱਕ ਫੈਲੀ ਹੋਈ ਸੀ, ਨਾਮ ਫੈਲਿਆ ਹੋਇਆ ਸੀ। ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤੇ ਗੁਰੂ ਨਾਨਕ ਹੈ। ਉਹਨਾਂ ਨੇ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਦੇ ਚਰਨ ਦੇ ਉੱਤੇ ਆਪਣੇ ਸੀਸ ਰੱਖੇ, ਆਪਣੀ ਭੁੱਲ ਬਖਸ਼ਾਈ ਤੇ ਸਤਿਗੁਰੂ ਮਹਾਰਾਜ ਨੂੰ ਜਿਹੜਾ ਸੀ ਉਹ ਛੁਟਕਾਰਾ ਦਵਾ ਦਿੱਤਾ, ਆਜ਼ਾਦ ਕਰ ਦਿੱਤਾ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਨਹੀਂ, ਜਿਹੜੇ ਲੋਕ ਤੁਸੀਂ ਆਪਣੇ ਕੈਦ ਵਿੱਚ ਪਾਏ ਹੋਏ ਨੇ ਉਹਨਾਂ ਸਾਰਿਆਂ ਨੂੰ ਛੱਡਣਾ ਹੋਵੇਗਾ। ਤੁਸੀਂ ਮਨੁੱਖਾਂ ਨੂੰ ਖਰੀਦਦੇ ਤੇ ਵੇਚਦੇ ਆ। ਤੇ ਯਾਦ ਰੱਖਿਓ ਉਹਦੇ ਵਿੱਚ ਗੁਰੂ ਕਾ ਇੱਕ ਸਿੱਖ ਭਾਈ ਰੱਤਾ ਵੀ ਸੀ। ਭਾਈ ਰੱਤਾ ਉਹਨੂੰ ਵੀ ਆਜ਼ਾਦ ਕੀਤਾ ਕੈਦ ਦੇ ਵਿੱਚੋਂ। ਤੇ ਉਹ ਰੱਤਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਕਹਿੰਦਾ, ਸਤਿਗੁਰੂ ਦਾਤਿਆ ਤੂੰ ਸਾਡੇ ਵਾਸਤੇ 2 ਘੋੜਿਆਂ ਦੇ ਬਰਾਬਰ ਆਪਣੇ ਆਪ ਨੂੰ ਵੇਚ ਕੇ ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਸਾਨੂੰ ਬੰਧਨਾਂ ਤੋਂ ਛੁਟਕਾਰਾ ਦਿਵਾਉਣ ਵਾਸਤੇ ਇੱਥੇ ਤੱਕ ਆ ਗਿਆ। ਸੱਚ ਜਾਣਿਓ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਬੰਦੀ ਛੋੜ ਨੇ। ਦੂਜੀ ਘਟਨਾ ਤੁਸੀਂ ਅਨੇਕਾਂ ਵਾਰ ਸੁਣੀ ਹੋਵੇਗੀ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਨੇ ਉਹ ਜਦੋਂ ਸੈਦਪੁਰ ਗਏ 1526 ਦਾ ਉਹ ਸਮਾਂ, ਬਾਬਰ ਹਿੰਦੁਸਤਾਨ ਦੇ ਉੱਤੇ ਜਦੋਂ ਚੜ੍ਹਾਈ ਕਰਕੇ ਆਇਆ, ਅਹਿਮਦਾਬਾਦ ਦੇ ਉੱਤੇ ਉਹਨੇ ਹਮਲਾ ਕੀਤਾ। ਉਸ ਵਕਤ ਜਿਹੜਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਅਹਿਮਦਾਬਾਦ ਦੇ ਲੋਕਾਂ ਨੂੰ ਪ੍ਰੇਰਿਆ ਵੀ ਕਿਵੇਂ ਇਹਨਾਂ ਲੋਕਾਂ ਦੇ ਨਾਲ ਮੁਕਾਬਲਾ ਜਿਹੜਾ ਹੈ ਹਥਿਆਰ ਨਾਲ ਕਰਨਾ ਪੈਂਦਾ ਹੈ। ਤੇ ਜਿੱਥੇ ਵਿਚਾਰ ਦੀ ਗੱਲ ਹੁੰਦੀ ਉੱਥੇ ਵਿਚਾਰ ਦੇ ਨਾਲ ਕਰਨੀ ਹੁੰਦੀ ਹੈ। ਤੁਸੀਂ ਹਥਿਆਰਾਂ ਨੂੰ ਚਲਾਉਣਾ ਬੰਦ ਕਰ ਦਿੱਤਾ ਤੇ ਕੇਵਲ ਮੰਤਰ ਪੜ੍ਹਨ ਲੱਗ ਪਏ। ਜਦੋਂ ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਸਮਝਾਇਆ, ਜਿੱਥੇ ਹੋਰ ਲੋਕਾਂ ਨੂੰ ਬਾਬਰ ਦੇ ਸਿਪਾਹੀਆਂ ਨੇ ਕੈਦ ਕੀਤਾ, ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੀ ਕੈਦ ਕਰ ਲਿਆ। ਕੈਦ ਖਾਨੇ ਦੇ ਵਿੱਚ ਸਤਿਗੁਰੂ ਮਹਾਰਾਜ ਨੂੰ ਰੱਖਿਆ। ਤੇ ਕੀ ਵੇਖਦੇ ਨੇ ਉਹ ਬਾਬਰ ਦੇ ਸਿਪਾਹੀ ਵੀ ਲੋਕ ਤੇ ਕੈਦਖਾਨੇ ਦੇ ਵਿੱਚ ਆ ਕੇ ਰੋਂਦੇ ਨੇ, ਕਰਲਾਉਂਦੇ ਨੇ, ਤੜਫਦੇ ਨੇ, ਹਾਹਾਕਾਰ ਕਰਦੇ ਨੇ। ਪਰ ਇਹ ਕਿਹੋ ਜਿਹਾ ਫਕੀਰ ਹੈ ਜਿਹੜੇ ਰੱਬੀ ਬੋਲ ਕੋਈ ਤਰਾਨਾ ਗਾ ਰਿਹਾ ਹੈ, ਲੋਕਾਂ ਨੂੰ ਸਮਝਾ ਰਿਹਾ ਹੈ। ਜਦੋਂ ਬਾਬਰ ਨੂੰ ਇਹ ਗੱਲ ਦੱਸੀ ਤੇ ਬਾਬਰ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਪਣੇ ਕੋਲ ਲਿਆ ਕੇ ਤੇ ਪਰਤ ਕੇ ਜਿੱਥੇ ਸਤਿਗੁਰੂ ਮਹਾਰਾਜ ਨੂੰ ਲੈ ਕੇ ਗਿਆ ਮਹਿਖਾਨਾ, ਜਿੱਥੇ ਬਾਬਰ ਰੋਜ਼ ਸ਼ਾਮ ਨੂੰ
ਸ਼ਰਾਬ ਪੀਂਦਾ ਸੀ, ਨਸ਼ੇ ਵਿੱਚ ਆਉਂਦਾ ਸੀ। ਤੇ ਉੱਥੇ ਜਾ ਕੇ ਕਹਿਣ ਲੱਗਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਾਹਿਬ ਦੇ ਅੱਗੇ ਪਿਆਲਾ ਰੱਖ ਕੇ ਵੀ ਆ ਪਿਆਲਾ ਪੀਓ ਤੇ ਆਪਣੀ ਜ਼ਿੰਦਗੀ ਐਸ਼ ਦੇ ਵਿੱਚ ਜੀਓ। ਬਾਬਰ ਕਹਿਣ ਲੱਗਾ ਬਾਬਰ ਬਾ ਐਸ਼ ਕੋਸ਼ ਕਿ ਆਲਮ ਦੁਬਾਰਾ ਨਿਸ਼ਤ। ਕਹਿਣ ਲੱਗਾ ਵੀ ਆਲਮ ਇਹ ਦੁਨੀਆ ਮੁੜ ਕੇ ਮਿਲਣ ਵਾਲੀ ਨਹੀਂ, ਮੈਂ ਇਹ ਨਸ਼ੇ ਦੇ ਪਿਆਲੇ ਵਿੱਚ ਰਹਿ ਕੇ ਮਸਤ ਰਹਿੰਦਾ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਮੈਂ ਤੇਰੀ ਦੂਜੀ ਗੱਲ ਦੇ ਨਾਲ ਤੇ ਸਹਿਮਤ ਹਾਂ, ਪਰ ਬਾਬਰ ਬਾ ਹੋਸ਼ ਬਾਸ਼ ਕਿ ਆਲਮ ਦੁਬਾਰਾ ਨਿਸ਼ਤ ਕਿ ਇਹ ਦੁਨੀਆ ਮੁੜ ਕੇ ਮਿਲਣ ਵਾਲੀ ਨਹੀਂ, ਤੂੰ ਹੋਸ਼ ਵਿੱਚ ਆ ਜਿਹੜੇ ਝੂਠੇ ਨਸ਼ੇ ਵਿੱਚ ਤੂੰ ਜੁੜਿਆ ਹੋਇਆ ਹੈ ਇਹਨੂੰ ਛੱਡ ਦੇ, ਪਰਮੇਸ਼ਰ ਦੀ ਇਬਾਦਤ ਦਾ ਨਸ਼ਾ ਕਰ, ਇਹ ਇਬਾਦਤ ਦਾ ਨਸ਼ਾ ਕਦੀ ਉਤਰੇਗਾ ਨਹੀਂ। ਆ ਜਿਹੜਾ ਤੂੰ ਨਸ਼ਾ ਪੀਂਦਾ ਹੈ ਨਾ, ਇਹ ਨਸ਼ਾ ਤੇ ਇੱਕ ਦਿਨ ਖਤਮ ਹੋ ਜਾਏਗਾ। ਸ਼ਾਮ ਨੂੰ ਪੀਂਦਾ ਹੈ, ਸਵੇਰ ਨੂੰ ਲਿਥ ਜਾਂਦਾ ਹੈ, ਸਵੇਰ ਦਾ ਪੀਣਾ ਸ਼ਾਮ ਨੂੰ ਲਿਥ ਜਾਂਦਾ ਹੈ ਤੇ ਇਹ ਤੇ ਖਤਮ ਹੋ ਜਾਂਦਾ। ਪਰ ਯਾਦ ਰੱਖੀ ਪਰਮੇਸ਼ਰ ਦੇ ਨਾਮ ਦਾ ਨਸ਼ਾ ਕਦੀ ਉਤਰਦਾ ਨਹੀਂ, ਤੂੰ ਸੱਚ ਦੇ ਨਾਲ ਜੁੜ ਜਾ। ਬਾਬਰ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਅਜ਼ਮਤ ਦੇ ਅੱਗੇ ਸੀਸ ਝੁਕਾਇਆ, ਸੀਸ ਝੁਕਾ ਕੇ ਸਾਹਿਬ ਨੂੰ ਉਸ ਕੈਦਖਾਨੇ ਦੇ ਵਿੱਚੋਂ ਕੱਢ ਦਿੱਤਾ। ਪਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਵੀ ਬਾਬਰ ਆ ਜਿਹੜੇ ਲੋਕ ਤੂੰ ਕੈਦਖਾਨੇ ਵਿੱਚ ਪਾਏ ਹੋਏ ਨੇ ਨਾ, ਇਹਨਾਂ ਨੂੰ ਵੀ ਤੈਨੂੰ ਛੱਡਣਾ ਪਏਗਾ, ਫਿਰ ਮੈਂ ਇਸ ਕੈਦਖਾਨੇ ਵਿੱਚੋਂ ਜਾਏਗਾ। ਸਤਿਗੁਰੂ ਮਹਾਰਾਜ ਦੇ ਨਾਲ ਉਹਨਾਂ ਸਾਰੇ ਲੋਕਾਂ ਨੂੰ ਉਸ ਕੈਦਖਾਨੇ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ। ਸੱਚ ਜਾਣਿਓ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਬੰਦੀ ਛੋੜਦੇ, ਉਹਨਾਂ ਨੇ ਤੇ ਲੋਕਾਂ ਨੂੰ ਕਰਮ ਕਾਂਡਾਂ ਦੇ ਬੰਧਨਾਂ ਦੇ ਵਿੱਚੋਂ ਛੁਟਕਾਰਾ ਦਿਵਾਇਆ। ਤੇ ਜਿਸ ਘਟਨਾ ਨੂੰ ਇਤਿਹਾਸ ਦੀ ਨੂੰ ਅੱਜ ਦੇ ਬੰਦੀ ਛੋੜ ਦੇ ਨਾਲ ਆਪਾਂ ਯਾਦ ਕਰਕੇ ਦੀਵਾਲੀ ਦੇ ਨਾਲ ਆਪਾਂ ਸੰਬੰਧ ਬਣਾ ਲਿਆ, ਉਹ ਸੀ ਗੁਰੂ ਹਰਗੋਬਿੰਦ ਮਹਾਰਾਜ। ਜਦੋਂ ਜਹਾਂਗੀਰ ਨੇ, ਮੈਂ ਸੰਖੇਪ ਸ਼ਬਦਾਂ ਵਿੱਚ ਕਹਾਂ ਵੀ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕੀਤਾ ਤੇ ਉਸ ਵਕਤ ਕੁਝ ਸਮੇਂ ਤੋਂ ਬਾਅਦ ਜਿਹੜਾ ਜਹਾਂਗੀਰ ਸੀ ਉਹ ਫਿਰ ਬਿਮਾਰ ਰਹਿਣ ਲੱਗ ਪਿਆ। ਕਾਜ਼ੀਆਂ ਦੇ ਕੋਲੋਂ ਉਸ ਵਕਤ ਪੁੱਛਿਆ ਗਿਆ, ਉਹਦੇ ਘਰਵਾਲੀ ਨੂਰ ਜਹਾਂ ਉਹ ਉਸ ਵਕਤ ਸਾਈਂ ਮੀਆਂ ਮੀਰ ਦੀ ਭਗਤਣੀ ਸੀ, ਚੇਲੀ ਸੀ। ਸਾਈਂ ਮੀਆਂ ਮੀਰ ਦੇ ਕੋਲੋਂ ਪੁੱਛਿਆ, ਹੋਰ ਫਕੀਰਾਂ ਦੇ ਕੋਲੋਂ ਪੁੱਛਿਆ। ਉਹਨਾਂ ਫਕੀਰਾਂ ਨੇ ਇੱਕ ਜਵਾਨ ਹੋ ਕੇ ਕਿਹਾ ਵੀ ਤੁਸੀਂ ਤੇ ਰੱਬ ਨੂੰ ਕੈਦ ਕੀਤਾ ਹੋਇਆ ਹੈ ਤੇ ਤੁਸੀਂ ਸੁੱਖ ਕਿਵੇਂ ਪ੍ਰਾਪਤ ਕਰ ਸਕਦੇ ਹੋ। ਜਹਾਂਗੀਰ ਨੇ ਉਸੇ ਵਕਤ ਸਤਿਗੁਰੂ ਮਹਾਰਾਜ ਨੂੰ ਰਿਹਾ ਕਰਨ ਵਾਸਤੇ ਉਹ ਫੈਸਲਾ ਕੀਤਾ। ਪਰ ਯਾਦ ਰੱਖਿਓ ਉਸ ਗਵਾਲੀਅਰ ਦੇ ਕੈਦ ਦੇ ਵਿੱਚ ਭੱਟ-ਵਈਆਂ ਦੇ ਅਨੁਸਾਰ 103 ਰਾਜੇ ਸਨ। 51 ਰਾਜੇ ਤੇ ਜਿਹੜੇ ਆਜ਼ਾਦ ਕੀਤੇ ਜਾ ਸਕਦੇ ਸਨ, ਪਰ 52 ਰਾਜੇ ਜਿਹੜੇ ਸਨ ਉਹਨਾਂ ਨੂੰ ਕੈਦ ਦੇ ਵਿੱਚੋਂ ਕਦੀ ਛੁਟਕਾਰਾ ਨਹੀਂ ਸੀ ਪ੍ਰਾਪਤ ਹੋ ਸਕਦਾ। 52 ਰਾਜਿਆਂ ਨੂੰ ਤੇ ਰਿਹਾ ਕਰ ਦਿੱਤਾ ਗਿਆ, ਪਰ ਜਿਹੜੇ ਬਚੇ ਹੋਏ 52 ਰਾਜੇ ਸਨ ਉਹਨਾਂ ਨੂੰ ਕਿਹਾ ਗਿਆ ਵੀ ਜੇ ਤੁਸੀਂ ਗੁਰੂ ਦਾ ਪੱਲਾ ਪਕੜ ਕੇ ਬਾਹਰ ਆ ਜਾਓਗੇ ਤੇ ਤੁਹਾਨੂੰ ਆਜ਼ਾਦ ਕਰ ਦਿੱਤਾ ਜਾਏਗਾ। ਮੇਰੇ ਮਾਲਕ ਨੇ ਉਸ ਵਕਤ 52 ਕਲੀਆਂ ਦਾ ਚੋਲਾ ਸਮਾਇਆ ਤੇ ਉਹਦੀ ਇੱਕ ਇੱਕ ਨੁੱਕਰ ਪਕੜ ਕੇ ਤੇ ਸਤਿਗੁਰੂ ਮਹਾਰਾਜ ਦੇ ਨਾਲ ਉਹ ਬਾਹਰ ਜਿਹੜੇ ਸਨ ਉਹ ਆ ਗਏ। ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਆਜ਼ਾਦ ਕਰਵਾਇਆ ਤੇ ਸਭ ਨੂੰ ਤਾਂ ਕਰਕੇ ਆਪਾਂ ਬੰਦੀ ਛੋੜ ਕਹਿੰਦੇ ਹਾਂ। ਸਿੱਖ ਜਰਨੈਲਾਂ ਦੇ ਨਾਮ ਨਾਲ ਵੀ ਯਾਦ ਰੱਖਿਓ ਬੰਦੀ ਛੋੜ ਸ਼ਬਦ ਜਿਹੜਾ ਹੈ ਉਹ ਜੁੜਿਆ ਹੋਇਆ ਹੈ। ਤੇ ਖਿਆਲ ਕਰਨਾ ਫਿਰ ਸਾਡੇ ਵੀ ਪੁਜਾਰੀ ਵਰਗ ਨੇ, ਸਾਡੇ ਵੀ ਆਗੂਆਂ ਨੇ ਉਸ ਗੱਲ ਨੂੰ, ਕਿਉਂਕਿ ਉਹਨਾਂ ਲੋਕਾਂ ਨੇ ਇੱਕ ਭੁਲੇਖਾ ਪਾ ਦਿੱਤਾ ਤੇ ਸਾਡੇ ਲੋਕਾਂ ਨੇ ਵੀ ਆਪਣੀ ਰੋਜੀ ਰੋਟੀ ਚਲਾਉਣ ਦੇ ਵਾਸਤੇ ਤੇ ਉਸ ਘਟਨਾ ਨੂੰ ਦੀਵਾਲੀ ਦੇ ਨਾਲ ਜੋੜ ਦਿੱਤਾ। ਹਾਲਾਂਕਿ ਗੁਰੂ ਹਰਗੋਬਿੰਦ ਮਹਾਰਾਜ ਗਵਾਲੀਅਰ ਤੋਂ ਕਿਲੇ ਤੋਂ ਛੁੱਟ ਕਰਕੇ ਪਹਿਲਾਂ ਹਰੀਦਾਸ ਦਰੋਗੀ ਦੇ ਘਰ ਰਹਿੰਦੇ ਨੇ, ਫਿਰ ਹੋਰ ਅਨੇਕਾਂ ਜਗ੍ਹਾ ਦੇ ਉੱਤੇ ਜਾ ਕੇ ਤੇ ਮੁੜ ਦਸੰਬਰ ਦੇ ਵਿੱਚ ਸਤਿਗੁਰੂ ਮਹਾਰਾਜ ਅੰਮ੍ਰਿਤਸਰ ਦੇ ਵਿੱਚ ਆਉਂਦੇ ਨੇ। 28 ਦਸੰਬਰ ਨੂੰ ਸਤਿਗੁਰੂ ਮਹਾਰਾਜ ਅੰਮ੍ਰਿਤਸਰ ਆਉਂਦੇ ਨੇ। ਪਰ ਕਿਉਂਕਿ ਉਸ ਘਟਨਾ ਨੂੰ ਜੋੜ ਕਰਕੇ ਤੇ ਗੱਲ ਵਿੱਚ ਜੋੜਨੀ ਸੀ, ਇਸ ਕਰਕੇ ਜਿਹੜਾ ਸੀਗਾ ਉਹ ਇਸ ਘਟਨਾ ਨੂੰ ਜੋੜ ਕੇ ਤੇ ਇਸ ਨੂੰ ਬੰਦੀ ਛੋੜ ਦਿਵਸ ਜਿਹੜਾ ਸੀ ਉਹ ਬਣਾ ਲਿਆ ਗਿਆ। ਖਿਆਲ ਕਰਨਾ ਗੁਰੂ ਘਰ ਦੇ ਅੰਦਰ ਸਵਾਲ ਪੈਦਾ ਹੋ ਜਾਂਦਾ ਵੀ ਫਿਰ ਗੁਰੂ ਘਰ ਦੇ ਅੰਦਰ ਜਿਹੜਾ ਹੈ ਵਿਸਾਖੀ ਤੇ ਦੀਵਾਲੀ ਕਿਉਂ ਮਨਾਈ ਜਾਂਦੀ ਹੈ। ਇੱਕ ਗੱਲ ਯਾਦ ਰੱਖਿਓ, ਗੁਰੂ ਅਮਰਦਾਸ ਮਹਾਰਾਜ ਦੇ ਵਕਤ ਇਹ ਭਾਵੇਂ ਹਿੰਦੂਆਂ ਦੇ ਤਿਉਹਾਰ ਸਨ, ਪਰ ਲੋਕਾਂ ਨੂੰ ਇਹਨਾਂ ਡੇਟਾਂ ਦਾ ਪਤਾ ਹੁੰਦਾ ਸੀ, ਤਰੀਖਾਂ ਦਾ ਪਤਾ ਹੁੰਦਾ ਸੀ। ਤੇ ਸਤਿਗੁਰੂ ਮਹਾਰਾਜ ਨੇ ਵੀ ਇਸ ਦਿਨ ਦੇ, ਦੀਵਾਲੀ ਤੇ ਵਿਸਾਖੀ ਦੇ ਦਿਨ ਇੱਕ ਗੁਰਮਤਿ ਸਮਾਗਮ ਦੇ ਰੂਪ ਦੇ ਵਿੱਚ ਇਕੱਠ ਹੁੰਦਾ ਸੀ ਗੁਰੂ ਘਰਾਂ ਦੇ ਅੰਦਰ।
ਕਿਉਂਕਿ ਇਹਦੇ ਵਿੱਚ 6-6 ਮਹੀਨੇ ਦਾ ਫਰਕ ਪੈਂਦਾ ਸੀ। ਤੇ ਮਸੰਦ ਜਿਹੜੇ ਸਨ ਉਹ ਗੁਰੂ ਘਰ ਦੇ ਵਿੱਚ ਕਾਰਪੇਟਾਵਾਂ ਸਿੱਖ ਸੰਗਤਾਂ ਵੱਲੋਂ ਭੇਟ ਕੀਤੀਆਂ ਹੋਈਆਂ ਉਹ ਵੀ ਜਮ੍ਹਾਂ ਕਰਵਾਉਂਦੇ ਸਨ ਇਹਨਾਂ ਦਿਨਾਂ ਦੇ ਅੰਦਰ। ਇਹ ਸਿਲਸਿਲਾ ਚੱਲਦਾ ਰਿਹਾ ਤੇ ਬਾਅਦ ਵਿੱਚ ਗੁਰੂ ਸਾਹਿਬਾਨਾਂ ਤੋਂ ਬਾਅਦ ਜਦੋਂ ਗੁਰੂ ਕੇ ਸਿੱਖ ਘਰਾਂ ਬਾਹਰਾਂ ਤੋਂ ਦੂਰ ਚਲੇ ਗਏ ਮਿਸਲਾਂ ਦੇ ਰੂਪ ਦੇ ਵਿੱਚ, ਉਸ ਵਕਤ ਵੀ ਦੀਵਾਲੀ ਤੇ ਵਿਸਾਖੀ ਦੇ ਉੱਤੇ ਸਰਬੱਤ ਖਾਲਸੇ ਦੇ ਰੂਪ ਦੇ ਵਿੱਚ ਜੁੜਿਆ ਕਰਦੇ ਸਨ। ਕੌਮ ਦਾ ਭਵਿੱਖ ਸਵਾਰਨ ਵਾਸਤੇ, ਕੌਮ ਦੀ ਅਗਾਹੂ ਰਣਨੀਤੀ ਤਿਆਰ ਕਰਨ ਵਾਸਤੇ ਇਕੱਠ ਹੋਇਆ ਕਰਦਾ ਸੀ। ਪਰ ਖਿਆਲ ਕਰਨਾ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਫਿਰ ਉਹ ਇਕੱਠ ਜਿਹੜਾ ਸੀਗਾ ਸਰਬੱਤ ਖਾਲਸਾ ਦਾ ਬੰਦ ਕਰ ਦਿੱਤਾ ਗਿਆ। ਜਿਹੜੇ ਲੋਕ ਅੰਮ੍ਰਿਤਸਰ ਜਾਂਦੇ ਸਨ ਉਸ ਵਕਤ ਮਹੰਤਾਂ ਦਾ ਜਿਹੜਾ ਸੀ ਉਹ ਅੰਮ੍ਰਿਤਸਰ ਦੇ ਉੱਤੇ ਕਬਜ਼ਾ ਸੀ ਤੇ ਉਹਨਾਂ ਮਹੰਤਾਂ ਨੇ ਉਹਨਾਂ ਲੋਕਾਂ ਨੂੰ ਦੀਪਮਾਲਾ, ਪਟਾਕੇ ਚਲਾਉਣਾ ਤੇ ਇਹੋ ਜਿਹੇ ਕਰਮ ਕਾਂਡਾਂ ਦੇ ਵਿੱਚ ਵਸਾ ਕੇ ਤੇ ਇਹਦੇ ਨਾਲ ਜਿਹੜਾ ਸੀ ਉਹ ਜੋੜ ਦਿੱਤਾ ਗਿਆ। ਗੁਰੂ ਦੀ ਗੱਲ ਜਿਹੜੀ ਸੀ ਉਹ ਦੂਰ ਰਹਿ ਗਈ। ਪਰ ਸਤਿਗੁਰੂ ਮਹਾਰਾਜ ਨੇ ਸਾਨੂੰ ਕੇਵਲ ਤੇ ਕੇਵਲ ਸੱਚ ਦੇ ਪੁਜਾਰੀ ਬਣਾਇਆ। ਸਾਨੂੰ ਕਿਸੇ ਲక్ష్ਮੀ, ਸਾਨੂੰ ਕਿਸੇ ਦੇਵੀ, ਸਾਨੂੰ ਕਿਸੇ ਹੋਰ ਦੇਹਧਾਰੀ ਦੇ ਨਾਲ ਨਹੀਂ ਜੋੜਿਆ। ਸਤਿਗੁਰੂ ਮਹਾਰਾਜ ਨੇ ਸਾਨੂੰ ਸੱਚ ਦੇ ਨਾਲ ਜੋੜਿਆ ਤੇ ਸਤਿਗੁਰੂ ਮਹਾਰਾਜ ਨੇ ਜੇ ਸੱਚ ਦੇ ਨਾਲ ਜੋੜਿਆ ਤੇ ਫਿਰ ਅੱਜ ਇੱਕ ਹੋਰ ਸਵਾਲ ਜਿਹੜਾ ਹੈ ਉਹ ਪੈਦਾ ਹੁੰਦਾ ਵੀ ਇਸ ਦਿਨ ਜਿਹੜਾ ਹੈ ਉਹ ਅੰਮ੍ਰਿਤਸਰ ਦੀ ਪਾਵਨ ਧਰਤੀ ਦੇ ਉੱਤੇ ਜਾਂ ਹੋਰ ਗੁਰਦੁਆਰਿਆਂ ਦੇ ਅੰਦਰ ਜਿਹੜੇ ਰਾਗੀ ਸਿੰਘ ਇੱਕ ਭਾਈ ਗੁਰਦਾਸ ਜੀ ਦੀ ਪੌੜੀ ਪੜ੍ਹਦੇ ਹਨ, ਉਸ ਪੌੜੀ ਨੂੰ ਭਰਮੀ ਲੋਕ ਜਿਹੜੇ ਨੇ, ਭੁੱਲੇ ਭਟਕੇ ਲੋਕ ਨੇ, ਇਹ ਕਹਿ ਦਿੰਦੇ ਨੇ ਵੀ ਜੇ ਦੀਵਾਲੀ ਸਿੱਖ ਨੇ ਨਹੀਂ ਮਨਾਉਣੀ, ਦੀਵੇ ਨਹੀਂ ਜਗਾਉਣੇ, ਪਟਾਕੇ ਨਹੀਂ ਚਲਾਉਣੇ, ਹੋਰ ਕਰਮ ਨਹੀਂ ਕਰਨੇ, ਤੇ ਫਿਰ ਆ ਭਾਈ ਸਾਹਿਬ ਭਾਈ ਗੁਰਦਾਸ ਜੀ ਕਿਉਂ ਕਹਿੰਦੇ ਨੇ ਵੀ ਦੀਵਾਲੀ ਕੀ ਰਾਤ ਦੀਵੇ ਬਾਲੀਆਂ। ਗੁਰੂ ਪਿਆਰਿਓ, ਇੱਥੇ ਇੱਕ ਗੱਲ ਜ਼ਰੂਰ ਯਾਦ ਰੱਖਿਓ, ਜਦੋਂ ਕੀਰਤਨੀ ਸਿੰਘਾਂ ਨੇ ਕੀਰਤਨ ਕਰਨਾ ਹੈ, ਜਦੋਂ ਗੁਰੂ ਸਾਹਿਬਾਨ ਦੇ ਸ਼ਬਦ ਨੇ ਉਹਦੇ ਵਿੱਚ ਰਹਾਉ ਵਾਲੀ ਪੰਕਤੀ ਨੂੰ ਆਧਾਰ ਬਣਾਉਣਾ ਹੈ। ਜਦੋਂ ਸ਼ਬਦ ਪੌੜੀ ਦੇ ਰੂਪ ਦੇ ਵਿੱਚ ਹੈ ਤੇ ਪੌੜੀ ਦੀ ਅਖੀਰਲੀ ਪੰਕਤੀ ਨੂੰ ਸ਼ਬਦ ਦੀ ਸਥਾਈ ਬਣਾਉਣਾ ਹੈ। ਤੇ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਕੀਰਤਨ ਦੇ ਰੂਪ ਦੇ ਵਿੱਚ ਕਰਨਾ ਹੈ ਤੇ ਉਸ ਵਕਤ ਉਹਨਾਂ ਦੀ ਪੌੜੀ ਦੀ ਅਖੀਰਲੀ ਤੁਕ ਉਹਦੇ ਵਿੱਚ ਗੁਰਮਤਿ ਦਾ ਫਲਸਫਾ ਦਿੱਤਾ ਹੋਇਆ, ਉਹਨੂੰ ਆਧਾਰ ਬਣਾਉਣਾ। ਬਾਕੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜੋ ਉਦਾਹਰਨਾਂ ਦੇ ਕੇ ਸਮਝਾਉਣਾ ਕੀਤਾ ਹੈ। ਹੁਣ ਆਪਾਂ ਇਸ ਪੌੜੀ ਨੂੰ ਜਦੋਂ ਲੈਂਦੇ ਹਾਂ ਤੇ ਕੀਰਤਨੀ ਸਿੰਘ ਆਮ ਤੌਰ ਤੇ ਗਲਤ ਉਹ ਕੀਰਤਨ ਕਰਦੇ ਨੇ, ਜਦ ਕਿ ਉਹਨਾਂ ਨੂੰ ਸਥਾਈ ਬਣਾਉਣੀ ਚਾਹੀਦੀ ਸੀ। ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆਂ, ਪਰ ਉਹ ਇਸ ਦੀ ਜਗ੍ਹਾ ਦੀਵਾਲੀ ਕੀ ਰਾਤ ਦੀਵੇ ਬਾਲੀਆਂ ਉਹ ਸਥਾਈ ਬਣਾਉਂਦੇ ਨੇ। ਬਾਰ-ਬਾਰ ਉਹ ਪੜ੍ਹਦੇ ਨੇ ਤੇ ਆਮ ਮਨੁੱਖਾਂ ਦੇ ਅੰਦਰ ਉਹ ਗੱਲ ਘਰ ਕਰ ਜਾਂਦੀ ਹੈ ਵੀ ਭਾਈ ਗੁਰਦਾਸ ਜੀ ਦੀਵੇ ਬਾਲਣ ਵਾਸਤੇ ਜਿਹੜੀ ਹੈ ਉਹ ਪ੍ਰੇਰਨਾ ਦੇ ਰਹੇ ਨੇ, ਦੀਵਾਲੀ ਦੀ ਰਾਤ ਦੀਵੇ ਬਾਲਣੇ ਚਾਹੀਦੇ ਹਨ। ਪਰ ਗੁਰੂ ਪਿਆਰਿਓ ਨਹੀਂ, ਭਾਈ ਸਾਹਿਬ ਭਾਈ ਗੁਰਦਾਸ ਉਦਾਹਰਨਾਂ ਦਿੰਦੇ ਨੇ ਵੀ ਜਿਵੇਂ ਦੀਵਾਲੀ ਦੀ ਰਾਤ ਲੋਕ ਦੀਵੇ ਬਾਲਦੇ ਨੇ ਅਨਮਤੀ ਲੋਕ, ਤੇ ਜਦੋਂ ਉਹ ਦੀਵੇ ਬਾਲਦੇ ਨੇ ਤੇ ਉਸ ਤੋਂ ਬਾਅਦ ਉਹ ਕੁਝ ਚਿਰ ਬਾਅਦ ਜਿਹੜੇ ਨੇ ਉਹ ਬੁੱਝ ਜਾਂਦੇ ਨੇ। ਉਸ ਤੋਂ ਬਾਅਦ ਜਿਹੜਾ ਹੈ ਦੂਜੀ ਉਦਾਹਰਨ ਦਿੰਦੇ ਨੇ ਵੀ ਜਿਵੇਂ ਅਸਮਾਨ ਦੇ ਵਿੱਚ ਜਿਹੜਾ ਹੈ ਉਹ ਤਾਰੇ ਦਿਸਦੇ ਨੇ ਪਰ ਸਵੇਰ ਹੁੰਦਿਆਂ ਤਾਰੇ ਅਲੋਪ ਹੋ ਜਾਂਦੇ ਨੇ। ਤੀਸਰੀ ਉਦਾਹਰਨ ਦਿੰਦੇ ਨੇ ਵੀ ਫੁੱਲ ਖਿੜਦੇ ਨੇ ਬਾਗਾਂ ਦੇ ਵਿੱਚ ਪਰ ਕੁਝ ਦਿਨਾਂ ਬਾਅਦ ਖਤਮ ਹੋ ਜਾਂਦੇ ਨੇ, ਉਹਨੂੰ ਚੁਣ ਕੇ ਤੋੜ ਲਿਆ ਜਾਂਦਾ ਹੈ। ਚੌਥੀ ਉਦਾਹਰਨ ਦਿੰਦੇ ਨੇ ਵੀ ਲੋਕ ਇਕੱਠੇ ਹੋ ਕੇ ਤੀਰਥਾਂ ਦੇ ਉੱਤੇ ਜਾਂਦੇ ਨੇ ਪਰ ਕੁਝ ਸਮੇਂ ਬਾਅਦ ਵਿਛੜ ਜਾਂਦੇ ਨੇ। ਅਸਮਾਨ ਦੇ ਉੱਤੇ ਹਰ ਚੰਦੌਰੀ ਪੈਦਾ ਹੁੰਦੀ ਹੈ ਪਰ ਹਵਾ ਦੇ ਬੁੱਲੇ ਦੇ ਨਾਲ ਉਹ ਖਤਮ ਹੋ ਜਾਂਦੀ ਹੈ, ਹਵਾ ਦੇ ਝੋਕੇ ਨਾਲ ਉੱਡ ਪੁੱਡ ਜਾਂਦੀ ਹੈ। ਇਹ ਕੇਵਲ ਥੋੜ੍ਹ ਚਿਰਾ ਹੈ। ਸਭ ਤੋਂ ਜਿਹੜਾ ਸਦੀਵੀ ਸੁੱਖ ਹੈ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਗੁਰੂ ਦੇ ਸਿੱਖ ਨੇ ਜਿਹੜਾ ਹੈ ਗੁਰੂ ਦੇ ਸ਼ਬਦ ਨੂੰ ਹਿਰਦੇ ਦੇ ਵਿੱਚ ਸਮਾਉਣਾ ਹੈ ਤੇ ਫਿਰ ਜੀਵਨ ਉਹਦਾ ਆਨੰਦਿਤ ਹੋ ਜਾਏਗਾ। ਉਹ ਸ਼ਬਦ ਨੂੰ ਹਿਰਦੇ ਵਿੱਚ ਸਮਾ ਕੇ ਸੁੱਖ ਪ੍ਰਾਪਤ ਕਰਨਾ ਹੈ। ਗੁਰਬਾਣੀ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਦੀਵਾ ਜਗਾਉਣ ਦੀ ਜਿਹੜੀ ਪ੍ਰੇਰਨਾ ਦਿੱਤੀ ਹੈ ਉਹ ਵੀ ਸਾਨੂੰ ਸਮਝਾ ਦਿੱਤੀ ਵੀ ਅਸਲ ਵਿੱਚ ਬਾਹਰੀ ਦੀਵੇ ਦੇ ਉੱਤੇ ਨਾ ਡੁੱਲ ਜਾਈਂ, ਆਪਣੇ ਅੰਦਰ ਦੀਵੇ ਨੂੰ ਜਗਾਈ। ਉਹ ਦੀਵਾ ਕਿਹੜਾ ਸੀ? ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਤੇਲ ਦੀਵਾ ਕਿਉਂ ਜਲੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਇਹ ਅੰਦਰ ਦੀਵਾ ਕਿਵੇਂ ਜਲ ਸਕਦਾ ਹੈ। ਫਿਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਪੋਥੀ ਪੁਰਾਣ ਕਮਾਈਐ, ਭਉ ਵੱਟੀ ਇਤ ਤਨ ਪਾਈਐ,
सच बुझण आन जलाइए, ये तेल दीवा इउं जले। साहब कहण लगे इस तरह ये दीवा जिहड़ा है वो जगेगा। ये तेल दीवा इउं जले, कर चानण साहिब तो मिले। ਉਹਦਾ ਦੀਵੇ ਜਗਾਉਣ ਦਾ ਆਮ ਜਦੋਂ ਬਾਹਰੀ ਤੌਰ ਤੇ ਜਗਾਉਂਦੇ ਆ ਦੀਵਾ ਹੈ, ਉਹਦੇ ਵਿੱਚ ਤੇਲ ਹੈ, ਬੱਟੀ ਹੈ, ਤੇ ਫਿਰ ਅੱਗ ਲਾਉਂਦੇ ਆ ਤੇ ਦੀਵਾ ਜਗ ਜਾਂਦਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਪਰਮੇਸ਼ਰ ਦੀ ਬਾਣੀ ਨੂੰ ਜਾਣਾ ਹੈ, ਭਾਵ ਪਰਮੇਸ਼ਰ ਦੇ ਸਿਮਰਨ ਨੂੰ ਤੇਲ ਬਣਾਉਣਾ ਹੈ, ਪਰਮੇਸ਼ਰ ਦੀ ਭਉ ਦੀ ਬੱਟੀ ਵਿੱਚ ਪਾਉਣੀ ਹੈ, ਤੇ ਫਿਰ ਪਰਮੇਸ਼ਰ ਦੇ ਸੰਬੰਧ ਵਿੱਚ ਜਾਣ ਲੈਣਾ, ਭਾਵ ਪਰਮੇਸ਼ਰ ਦੇ ਨਾਲ ਜੁੜ ਜਾਣਾ, ਉਹਨੂੰ ਦੀਵਾ ਅੱਗ ਲਾਉਣ ਦੇ ਬਰਾਬਰ ਹੈ। ਤੇ ਉਸ ਦੇ ਨਾਲ ਜਿਹੜਾ ਗਿਆਨ ਦਾ ਚਾਨਣ ਹੋਵੇਗਾ, ਉਹਦੇ ਨਾਲ ਤੈਨੂੰ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਏਗਾ। ਤੇ ਸਤਿਗੁਰੂ ਮਹਾਰਾਜ ਹੋਰ ਅਨੇਕਾਂ ਜਗ੍ਹਾ ਦੇ ਵਿੱਚ ਕਹਿੰਦੇ ਨੇ ਵੀ ਨਾਮ ਤੇਰਾ ਜਿਹੜਾ ਹੈ ਉਹ ਕੇਵਲ ਤੇ ਕੇਵਲ ਦੀਵਾ ਹੈ। ਜਦੋਂ ਅਸੀਂ ਬਾਬਾ ਰਵਿਦਾਸ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ, ਉਹ ਵੀ ਕਹਿੰਦੇ ਨੇ ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੀ, ਨਾਮ ਹੀ ਤੇਰਾ ਦੀਵਾ ਹੈ, ਨਾਮ ਹੀ ਜਿਹੜੀ ਹੈ ਉਹ ਬਾਤੀ ਹੈ, ਨਾਮ ਤੇਰੋ ਤੇਲ ਲਾਹੇ ਲੈ ਮਾਏ ਪਸਾਰੇ। ਕਹਿਣ ਲੱਗੇ ਨਾਮ ਹੀ ਬੱਤੀ ਹੈ। ਤੇ ਫਿਰ ਕਹਿੰਦੇ ਨੇ ਨਾਮ ਤੇਰੇ ਕੀ ਜੋਤ ਲਗਾਈ, ਉਹਨੂੰ ਅੱਗ ਵੀ ਤੇਰੇ ਨਾਮ ਦੀ ਲਾਉਣੀ ਹੈ। ਭਇਓ ਉਜਿਆਰੂ ਭਵਨ ਸਗਲਾਰੇ, ਉਹਦੇ ਨਾਲ ਜਿਹੜਾ ਚਾਨਣ ਹੋਵੇਗਾ ਤੇਰੇ ਹਿਰਦੇ ਘਟ ਵਿੱਚੋਂ ਹਨੇਰਾ ਖਤਮ ਹੋ ਜਾਏਗਾ। ਉਂਝ ਆਪਾਂ ਬਾਹਰੀ ਤੌਰ ਤੇ ਭਾਵੇਂ ਜਿਤਨੇ ਮਰਜ਼ੀ ਦੀਵੇ ਜਗਾ ਲਈਏ, ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਨੇ ਵੀ ਜੇ 100 ਚੰਦਾ ਉਗਵੈ ਸੂਰਜ ਚੜੇ 1000, ਇੱਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾ ਅੰਧੇਰਾ ਹੀ ਅੰਧੇਰਾ ਹੈ। ਕੇਵਲ ਪਰਮੇਸ਼ਰ ਦਾ ਨਾਮ ਹੀ ਤੇਰੇ ਹਿਰਦੇ ਦੇ ਅੰਦਰ ਜਿਹੜਾ ਹੈ ਉਹ ਚਾਨਣ ਕਰ ਸਕਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਜਿਹੜਾ ਪਰਮੇਸ਼ਰ ਦੇ ਨਾਮ ਦਾ ਦੀਵਾ ਜਗਾ ਲੈਂਦਾ ਹੈ, ਫਿਰ ਉਹਦੀ ਅਵਸਥਾ ਬਣ ਜਾਂਦੀ ਹੈ ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮੁਖ ਮਤ ਪਾਪਾਂ ਖਾਏ। ਸਭ ਕਹਿੰਦੇ ਨੇ ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਮਤ ਦੇ ਵਿੱਚੋਂ ਪਾਪ ਖਤਮ ਹੋ ਜਾਂਦੇ ਨੇ, ਵਿਕਾਰ ਖਤਮ ਹੋ ਜਾਂਦੇ ਨੇ। ਉਗਵੈ ਸੂਰ ਨਾ ਜਾਪੇ ਚੰਦ, ਜਿਵੇਂ ਸੂਰਜ ਚੜ੍ਹਨ ਦੇ ਨਾਲ ਚੰਦਰਮਾ ਮਿਟ ਜਾਂਦਾ ਹੈ। ਕਹਿੰਦੇ ਨੇ ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ। ਕਹਿਣ ਲੱਗੇ ਜਦੋਂ ਗਿਆਨ ਦਾ ਪ੍ਰਗਾਸ ਹੋ ਜਾਂਦਾ ਹੈ ਤੇ ਉਸ ਵਕਤ ਅਗਿਆਨਤਾ ਖਤਮ ਹੋ ਜਾਂਦੀ ਹੈ। ਇਹੋ ਜਿਹੇ ਦੀਵੇ ਸਤਿਗੁਰੂ ਮਹਾਰਾਜ ਨੇ ਸਾਨੂੰ ਜਗਾਉਣ ਵਾਸਤੇ ਕਿਹਾ। ਤੇ ਸਤਿਗੁਰ ਦਾ ਉਪਦੇਸ਼ ਜੇ ਸਿੱਖ ਕਮਾਏਗਾ, ਗੁਰਬਾਣੀ ਅਨੁਸਾਰ ਜੀਵਨ ਜੀਏਗਾ ਤੇ ਸੱਚ ਜਾਣਿਓ, ਫਿਰ ਸਾਨੂੰ ਇਹ ਬਾਹਰੀ ਤੌਰ ਤੇ ਜਿਹੜੇ ਇੱਕ ਦਿਨ ਅਸੀਂ ਦੀਵੇ ਜਗਾਉਂਦੇ ਹਾਂ ਉਹਦਾ ਕੋਈ ਲਾਭ ਨਹੀਂ ਹੈ। ਕਿਉਂਕਿ ਮੱਸਿਆ ਦੇ ਦਿਨ ਇਹ ਦੀਵਾਲੀ ਹੁੰਦੀ ਹੈ ਤੇ ਇੱਕ ਦਿਨ ਜੇ ਆਪਾਂ ਰੋਸ਼ਨੀ ਬਾਹਰੀ ਤੌਰ ਤੇ ਕਰ ਵੀ ਲਈ ਤੇ ਉਹਦਾ ਕੀ ਫਾਇਦਾ ਹੋਵੇਗਾ, ਕਿਉਂਕਿ ਮੱਸਿਆ ਤੇ ਹਰ ਮਹੀਨੇ ਆਉਂਦੀ ਹੈ ਤੇ ਬਾਅਦ ਵਿੱਚ ਫਿਰ ਚੰਦਰਮਾ ਚੜ੍ਹਨ ਲੱਗ ਪੈਂਦਾ ਹੈ। ਅਸਲ ਦੇ ਵਿੱਚ ਤੇ ਅਸੀਂ ਆਪਣੇ ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਕਰਨਾ ਹੈ। ਉਹਦੇ ਵਾਸਤੇ ਜਿਹੜਾ ਦੀਵਾ ਹੈ ਉਹ ਪਰਮੇਸ਼ਰ ਦੇ ਨਾਮ ਦਾ ਹੈ। ਉਹਦੇ ਵਿੱਚ ਬੱਟੀ ਵੀ ਪਰਮੇਸ਼ਰ ਦੇ ਨਾਮ ਦੀ ਹੈ, ਉਹਦੇ ਵਿੱਚ ਤੇਲ ਵੀ ਪਰਮੇਸ਼ਰ ਦੇ ਨਾਮ ਦਾ ਹੈ, ਤੇ ਉਹਨੂੰ ਅੱਗ ਵੀ ਜਿਹੜੀ ਹੈ ਪਰਮੇਸ਼ਰ ਦੇ ਨਾਮ ਦੀ, ਭਾਵ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨਾ, ਉਹ ਅਸਲ ਦੇ ਵਿੱਚ ਦੀਵਾ ਹੈ। ਆਓ ਗੁਰੂ ਦੇ ਪਿਆਰ ਵਾਲਿਓ, ਅਸੀਂ ਫੋਕਟ ਕਰਮ ਕਾਂਡਾਂ ਦੇ ਵਿੱਚੋਂ ਨਿਕਲ ਜਾਈਏ। ਕਿਉਂਕਿ 3 ਤਰ੍ਹਾਂ ਦੇ ਲੋਕ ਨੇ। ਇੱਕ ਤੇ ਬਿਲਕੁਲ ਦੀਵਾਲੀ ਨੂੰ ਨਹੀਂ ਮੰਨਦੇ, ਦੂਜਾ ਜਿਹੜਾ ਹੈ ਉਹ ਬਿਲਕੁਲ ਕਰਮ ਕਾਂਡੀ ਫਸ ਕੇ ਇੱਥੋਂ ਤੱਕ ਕਿ ਲక్ష్ਮੀ ਦੀ ਪੂਜਾ ਵੀ ਸਿੱਖ ਲੋਕ ਭਰਮ ਦੇ ਵਿੱਚ ਪੈ ਕੇ, ਬ੍ਰਾਹਮਣੀ ਰੰਗਤ ਦੇ ਵਿੱਚ ਪੈ ਕੇ ਕਰਦੇ ਪਏ ਨੇ। ਤੇ ਕੁਝ ਜਿਹੜੇ ਨੇ ਕੁਝ ਬਾਹਰੀ ਤੌਰ ਤੇ ਕੁਝ ਕਰ ਲਿਆ, ਕੁਝ ਨਾ ਕਰ ਲਿਆ, ਉਹ ਵੀ ਲੋਕ ਨੇ। ਪਰ ਖਿਆਲ ਕਰਨਾ ਅਸੀਂ ਕਿਸੇ ਬ੍ਰਾਹਮਣੀ ਰੰਗਤ ਦੇ ਵਿੱਚ ਆ ਕੇ ਤੇ ਇਹੋ ਜਿਹੇ ਕਰਮ ਨਾ ਕਰੀਏ ਜਿਹਦੇ ਨਾਲ ਗੁਰੂ ਜਿਹੜਾ ਹੈ ਉਹ ਖੁਸ਼ ਨਾ ਹੋਵੇ। ਗੁਰੂ ਨੇ ਖੁਸ਼ ਹੋਣਾ ਹੈ ਜੀਵਨ ਦੇ ਅੰਦਰ ਚੰਗੇ ਕਰਮ ਕਰਕੇ ਤੇ ਪਰਮੇਸ਼ਰ ਦੀ ਇਬਾਦਤ ਦੇ ਨਾਲ। ਸਤਿਗੁਰ ਕਿਰਪਾ ਕਰੇ ਅਸੀਂ ਆਪਣੇ ਅੰਦਰ ਇਸ ਦੀਵਾਲੀ ਦੇ ਉੱਤੇ ਇਤਿਹਾਇਆ ਕਰ ਲੈ, ਪਰਮੇਸ਼ਰ ਦਾ ਨਾਮ ਦਾ ਦੀਵਾ ਜਗਾ ਕੇ ਲਈਏ। ਫਿਰ ਸਾਨੂੰ ਰੋਜ਼ ਜਿਹੜੀ ਹੈ ਉਹ ਦੀਵੇ ਬਾਹਰੀ ਤੌਰ ਤੇ ਜਗਾਉਣ ਦੀ ਲੋੜ ਨਹੀਂ ਪਏਗੀ, ਦੀਵਾਲੀ ਤੇ ਜਗਾਉਣ ਦੀ ਲੋੜ ਨਹੀਂ ਪਏਗੀ। ਸਾਡੇ ਮਨਾਂ ਦੇ ਅੰਦਰ ਸਦੀਵੀ ਉਹ ਦੀਵਾ ਜਿਹੜਾ ਹੈ ਉਹ ਜਗ ਜਾਏਗਾ ਜੀ। ਸਤਿਗੁਰ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ।